ਇਹਨੂੰ ਅਰੈਸਟ ਹੋਣਾ ਚਾਹੀਦਾ ਸੁਮੇਧ ਸਿੰਘ ਸੈਣੀ। ਹੁਣ ਜਦੋਂ ਵੀ ਸੁਮੇਧ ਸੈਣੀ ਅਦਾਲਤ ਦੇ ਵਿੱਚ ਖਲੋਏਗਾ ਇੱਕ ਕਾਤਲ ਦੇ ਤੌਰ ਦੇ ਉੱਤੇ, ਪੁਲਿਸ ਸਟੇਸ਼ਨ ਦੇ ਵਿੱਚ ਸੁਮੇਧ ਸੈਣੀ ਨੇ ਆਪਣੀ ਪ੍ਰੈਜ਼ੈਂਸ ਦੇ ਵਿੱਚ ਆਪਣੀ ਡਾਇਰੈਕਟ ਆਰਡਰਸ ਦੇ ਤਹਿਤ ਟੌਰਚਰ ਕਰਵਾਇਆ ਮੁਲਤਾਨੀ ਨੂੰ। ਟੌਰਚਰ ਵੀ ਕਿੰਨਾ ਇਨਹਿਊਮਨ ਕੇ ਡੰਡਾ ਉਹਦੇ ਪਿੱਛੇ ਦਿੱਤਾ, ਫਿਰ ਉਹਦੇ ਤੇ ਠੁੱਡਾਂ ਮਰਵਾਈਆਂ, ਕੋਲੈਪਸ ਕਰ ਗਿਆ, ਉਹਦੀ ਡੈਥ ਹੋਈ, ਫਿਰ ਉਹਦੀ ਬੋਡੀ ਡਿਸਪੋਜ਼ ਆਫ ਕਰਾਉਣ ਲਈ ਪੁਲਿਸ ਟੀਮ। ਤੁਸੀਂ ਦੇਖ ਰਹੇ ਹੋ ਆਪਣਾ ਫਰੈਂਡਸ ਚੈਨਲ, ਇਸ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਥੈਂਕ ਯੂ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 0431457638। ਵਿਜ਼ਨ ਓਵਰਸੀਜ਼ ਇੱਕ ਮੁਕੰਮਲ ਮਾਈਗ੍ਰੈਂਟ ਸੋਲਿਊਸ਼ਨ ਜੋ ਕਿ 2010 ਤੋਂ ਆਸਟ੍ਰੇਲੀਅਨ ਰਜਿਸਟਰਡ ਮਾਈਗ੍ਰੇਟ ਕੰਸਲਟੈਂਟ ਹਨ ਤੇ ਇਹ ਕਰਦੇ ਨੇ ਤੁਹਾਡੀਆਂ ਮਾਈਗ੍ਰੇਸ਼ਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਸਭ ਤੋਂ ਪਹਿਲਾਂ ਮੈਲਬਰਨ ਵਿੱਚ, ਅਤੇ ਨਾਲ ਹੀ ਵਿਜ਼ਨ ਸੋਲਿਸਿਟਰਸ ਦੇ ਬੈਨਰ ਹੇਠ ਇਹ ਦਿੰਦੇ ਨੇ ਫੈਮਿਲੀ ਮੈਟਰ ਦੀਆਂ ਸਭ ਸਮੱਸਿਆਵਾਂ ਦਾ ਹੱਲ। संपर्क करो सूट 1 लेवल 1 23 Goonang Road, Carnegie, Victoria 3163। फोन 0399399036 और विजन ओवरसीज फेसबुक, विजन सॉलिसिटर्स फेसबुक। विजन ओवरसीज एक मुकम्मल माइग्रेंट सोल्यूशन। ਆਪਣਾ ਫਰੈਂਡਸ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਫ਼ ਤੇ ਸਿੱਧੀ ਗੱਲ। ਅੱਜ ਮੇਰੇ ਨਾਲ ਜਾਣੀ ਕਿ ਹਰਮੀਤ ਬਮਰਾ ਨਾਲ, ਪਰ ਮੇਰਾ ਸਾਥ ਦੇ ਰਹੇ ਨੇ ਪੰਜਾਬ ਤੋਂ ਪ੍ਰਦੀਪ ਵਿਰਕ ਜੀ, ਜਿਹੜੇ ਕਿ ਇਸ ਟਾਈਮ ਦੇ ਕਾਫੀ ਸੁਰਖੀਆਂ ਦੇ ਵਿੱਚ ਹੈ ਪਿਛਲੇ ਕੁਝ ਚਿਰ ਤੋਂ ਲੈ ਕੇ। ਜਿਹੜਾ ਕਿ ਮੁਲਤਾਨੀ ਕੇਸ ਹੈਗਾ ਵਾ, ਜਿਹੜਾ ਕਿ ਅਗੇਂਸਟ ਹੈਗਾ ਵਾ ਸੁਮੇਧ ਸੈਣੀ ਦੇ ਸਾਬਕਾ DGP ਨੇ ਪੰਜਾਬ ਦੇ, ਉਹਨਾਂ ਦੇ ਉੱਤੇ ਇੱਕ ਨਵੀਂ ਅਪਡੇਟ ਹੋਈ ਹੈ ਜਿਹੜੀ ਪੰਜਾਬ ਦੇ ਵਿੱਚ। ਉਹ ਇਹਨਾਂ ਕੋਲ ਜਾਣਾਂਗੇ ਕਿ ਉਹ ਅਪਡੇਟ ਕੀ ਹੈਗੀ ਹੈ। ਸਭ ਤੋਂ ਪਹਿਲੇ ਪ੍ਰਦੀਪ ਵਿਰਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਲਬਨ ਚ। ਸ਼ੁਕਰੀਆ ਜੀ, ਤੁਹਾਡੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਭਾਜੀ, ਹੁਣ ਜਿਹੜਾ ਪਿਛਲੇ ਕੁਝ ਚਿਰ ਦੀ ਜਿਹੜੀ ਤੁਹਾਡੀ ਮਿਹਨਤ ਹੈਗੀ ਹੈ, ਹੁਣ ਲੱਗਦਾ ਹੈ ਕਿ ਉਹ ਰੰਗ ਲੈ ਕੇ ਆਈ ਹੈ। ਖਾਸ ਕਰਕੇ 364 ਨੂੰ 302 ਦੇ ਵਿੱਚ ਜਿਹੜਾ ਬਦਲਿਆ ਗਿਆ ਵਾ, ਇਹ ਇੱਕ ਤਰ੍ਹਾਂ ਦੇ ਇਹ ਕਵਾਂਗੇ ਕਿ ਤੁਹਾਡੀ ਸਭ ਤੋਂ ਪਹਿਲੀ ਜਿੱਤ ਹੈਗੀ ਹੈ ਜਿਹੜੀ ਕਿ 302 ਦੇ ਵਿੱਚ ਬਦਲਣਾ। ਸਿਰਫ ਜਿਹੜਾ ਮੇਰਾ ਕੁਐਸਚਨ ਸਟਾਰਟਿੰਗ ਇਹ ਹੋਏਗਾ ਕਿ ਇਹਨੂੰ ਇੰਨਾ ਸਮਾਂ ਲੱਗਣਾ ਚਾਹੀਦਾ ਸੀ 364 ਤੋਂ 302 ਦੇ ਵਿੱਚ ਬਦਲਣ ਲਈ? ਦੇਖੋ, ਪਹਿਲੀ ਇਸ ਸਵਾਲ ਦਾ ਇੱਕ ਇੰਪੋਰਟੈਂਟ ਹਿੱਸਾ ਜਿਹਦਾ ਮੈਂ ਜਵਾਬ ਦੇਣਾ ਚਾਹੂੰਗਾ। ਪਹਿਲਾਂ, ਇਹ ਮਿਹਨਤ ਮੈਂ ਹਰ ਕੇਸ 'ਚ ਕਰਦਾ। ਉਹ ਕਹਿੰਦੇ ਮਿਹਨਤ ਮੇਰੀ, ਰਹਿਮਤ ਤੇਰੀ। ਰਹਿਮਤ ਉਸ ਰੱਬ ਦੀ ਹੁੰਦੀ ਹੈ, ਮਿਹਨਤ ਮੇਰੇ ਵਰਗੇ ਬੰਦਿਆਂ ਦੀ। ਇੱਥੇ ਕ੍ਰੈਡਿਟ ਮੈਨੂੰ ਨਹੀਂ ਜਾਂਦਾ ਇਸ ਜਿੱਤ ਦਾ। ਇਹ ਜਿੱਤ ਦਾ ਕ੍ਰੈਡਿਟ ਤੁਹਾਡੇ ਸਾਰੇ ਦਰਸ਼ਕਾਂ ਨੂੰ ਜਾਂਦਾ ਹੈ, ਜਿਨ੍ਹਾਂ ਦੀਆਂ ਅਰਦਾਸਾਂ, ਜਿਨ੍ਹਾਂ ਦੀਆਂ ਅਸੀਸਾਂ ਅੱਜ ਦਿਨ ਲੈ ਕੇ ਆਈ। ਮੈਂ ਤੁਹਾਡੀ ਚੈਨਲ ਤੇ ਵੀ ਕਹਿ ਰਿਹਾ ਔਰ ਹਰ ਕਦਮ ਤੇ ਓਪਨਲੀ ਮੈਂ ਇਹ ਗੱਲ ਆਖੀ ਹੈ ਕਿ ਮੈਂ ਆਪਣੀ ਜਿੱਤ ਉਹਨਾਂ ਅਰਦਾਸਾਂ ਨੂੰ ਐਟਰੀਬਿਊਟ ਕਰਦਾ ਜਿਹੜੇ ਅਨਨੋਨ ਲੋਕ, ਅਣਪਛਾਤੇ ਲੋਕ, ਜਿਨ੍ਹਾਂ ਨੂੰ ਮੈਂ ਜਾਣਦਾ ਨਹੀਂ, ਮੇਰੇ ਲਈ ਕਰ ਰਹੇ ਹੈ, ਇਸ ਪਰਿਵਾਰ ਲਈ ਕਰ ਰਹੇ ਹੈ। ਇਹ ਰਿਜ਼ਲਟ ਹਮੇਸ਼ਾ ਉਹਨਾਂ ਦੀ ਜਿੱਤ ਕਰਕੇ, ਇਹ ਜਿੱਤ ਉਹਨਾਂ ਨੂੰ ਉਹਨਾਂ ਦੀ ਅਰਦਾਸਾਂ ਕਰਕੇ ਹੀ ਹੈ। ਇਹ ਪਹਿਲੀ ਗੱਲ ਮੈਂ ਕਲੈਰੀਫਾਈ ਕਰਨਾ ਚਾਹੁੰਦਾ। ਮੈਂ ਬਹੁਤ ਦਿਲੋਂ ਕਹਿ ਰਿਹਾ ਕਿਉਂਕਿ ਬਹੁਤ ਪੁਰਾਣੀ, ਬਹੁਤ ਵੱਡੀ ਲੜਾਈ ਹੈ। ਬਿਲਕੁਲ, ਔਰ ਮੈਂ ਰੱਬ ਵਿੱਚ ਵਿਸ਼ਵਾਸ ਰੱਖ ਕੇ ਚੱਲਦਾ। ਬਟ ਸਭ ਤੋਂ ਇੰਪੋਰਟੈਂਟ ਗੱਲ ਹੈ ਉਹਨਾਂ ਦੀਆਂ ਅਰਦਾਸਾਂ ਦਾ ਰਿਜ਼ਲਟ ਹੈ, ਹੋਰ ਕੋਈ ਨਹੀਂ। ਮੈਂ ਮਿਹਨਤ ਹਰ ਕੇਸ 'ਚ ਕਰਦਾ, ਹਰ ਕੇਸ ਵੀ ਤਕਰੀਬਨ ਰੱਬ ਮਿਹਰ ਕਰਦੇ ਜਿੱਤ ਜਾਣਾ, ਲੇਕਿਨ ਇੱਥੇ ਉਹਨਾਂ ਨੂੰ ਕ੍ਰੈਡਿਟ ਜਾਂਦਾ, ਮੈਨੂੰ ਨਹੀਂ। ਦੂਜੀ ਗੱਲ, 302 ਕਤਲ ਦੀ ਧਾਰਾ, ਇਹ ਸ਼ੁਰੂ ਦੇ ਵਿੱਚ ਹੀ ਇਸ ਕੇਸ ਦੇ ਵਿੱਚ ਕਤਲ ਦੀ ਧਾਰਾ ਲੱਗਣੀ ਚਾਹੀਦੀ ਸੀ। ਤੁਹਾਡਾ ਸਵਾਲ ਬਿਲਕੁਲ ਜਾਇਜ਼ ਹੈ ਕਿ ਜਦੋਂ ਪਰਚਾ ਦਰਜ ਹੋਇਆ ਉਸੇ ਵੇਲੇ 302 ਐਡ ਹੋਣੀ ਚਾਹੀਦੀ ਸੀ। ਹੁਣ ਦੋ ਰਾਹ ਹੁੰਦੇ ਹੈ। ਇੱਕ, ਤੁਸੀਂ ਉਸ ਚੀਜ਼ ਤੇ ਉਲਝ ਕੇ ਬੈਠ ਜਾਓ। ਹੁਣ ਦੇਖੋ 6 ਮਈ ਦੀ FIR ਹੈ,
302 ਕਦੋਂ ਐਡ ਹੋਈ ਹੈ? ਸਮਝ ਲਓ 3.5 ਮਹੀਨਿਆਂ ਬਾਅਦ। ਸੋ ਬਿਲਕੁਲ ਸਹੀ। ਡਿਲੇ ਆਲਰੇਡੀ 29 ਸਾਲਾਂ ਦੀ, ਪਰਚਾ ਵੀ ਨਹੀਂ ਦਰਜ ਕੀਤਾ, ਫਾਈਨਲੀ ਕੀਤਾ ਤੇ 302 ਨਹੀਂ ਲਾਈ। ਪਤਾ ਤਾਂ ਸ਼ੁਰੂ 'ਚ ਹੀ ਸੀ ਕਿ ਮੁਲਤਾਨੀ ਨੂੰ ਮਾਰ ਦਿੱਤਾ ਹੈ, ਸੋ ਕੋਈ ਡਾਊਟ ਤਾਂ ਸੀ ਨਹੀਂ, 302 ਐਡ ਕਰਨੀ ਚਾਹੀਦੀ ਸੀ। ਚਲੋ ਅਸੀਂ ਇੰਨਾ ਸ਼ੁਕਰਗੁਜ਼ਾਰ ਹੈਗੇ ਹਾਂ, ਰੱਬ ਦੀ ਮਿਹਰ ਰਹੀ, ਕੋਰਟ ਦਾ ਆਰਡਰ ਹੋ ਗਿਆ, ਅਗਲੀ ਜਿੱਤ ਹੈ। ਇਹਨੂੰ ਅਰੈਸਟ ਹੋਣਾ ਚਾਹੀਦਾ ਸੁਮੇਧ ਸਿੰਘ ਸੈਣੀ, ਕਿਉਂਕਿ ਕਸਟਡੀ ਦੇ ਵਿੱਚ ਡਿਟੇਲਸ ਦੇਊਗਾ ਕਿ ਕਿਸ ਤਰ੍ਹਾਂ ਕਿ ਟੌਰਚਰ ਕੀਤਾ, ਕਿੱਥੇ ਬੋਡੀ ਡਿਸਪੋਜ਼ ਆਫ ਕਰਵਾਈ, ਕਿੱਥੇ ਉਹ ਡੰਡਾ ਜੀ ਨੂੰ ਟੌਰਚਰ ਕਰਨ ਦੀਆਂ ਚੀਜ਼ਾਂ ਯੂਜ਼ ਕੀਤੀਆਂ, ਕਿਹੜੇ ਕਿਹੜੇ ਪੁਲਿਸ ਵਾਲੇ ਇਨਵੋਲਵਡ ਸੀ, ਉਹ ਸਾਰੀਆਂ ਡਿਟੇਲਸ ਦੇ ਕਸਟਡੀ 'ਚ ਦੇਊਗਾ। ਹੁਣ ਅਰੈਸਟ ਕਰਦੇ ਆ ਜਾਂ ਨਹੀਂ ਉਹ ਮੈਨੂੰ ਡਿਟੇਲ ਨਹੀਂ ਪਤਾ, ਬਟ ਇੱਕ ਵਾਰੀ ਸ਼ੁਕਰ ਹੈ 302 ਲੱਗ ਗਈ। ਅਸੀਂ ਲੜੇ ਪਰ ਲੜ ਕੇ ਜਿੱਤ ਗਏ, ਭਾਵੇਂ ਡਿਲੇ ਹੋਈ। ਇਸ ਸਟੇਜ ਤੇ ਹਰ ਕਦਮ ਤੇ ਜਿੱਤਣਾ ਔਰ ਬਹੁਤ ਮਜ਼ਬੂਤੀ ਨਾਲ ਜਿੱਤਣਾ, ਕੋਈ ਕੱਚੀ ਜਿੱਤ ਨਹੀਂ ਹੋਣਾ, ਉਹ ਜ਼ਰੂਰੀ ਹੈ। ਨਹੀਂ ਬਿਲਕੁਲ ਤੁਸੀਂ ਸਹੀ ਫਰਮਾਇਆ, ਕਿਉਂਕਿ ਹੁਣ ਜਦੋਂ ਵੀ ਸੁਮੇਧ ਸੈਣੀ ਅਦਾਲਤ ਦੇ ਵਿੱਚ ਖਲੋਏਗਾ, ਇੱਕ ਕਾਤਲ ਦੇ ਤੌਰ ਦੇ ਉੱਤੇ ਖਲੋਏਗਾ, ਕਾਤਲ ਦੀ ਨਿਗਾਹ ਦੇ ਨਾਲ ਹੀ ਹੋਏਗਾ, ਤੇ ਇਹ ਲੋਕੀ ਦੇਖਣਾ ਚਾਹੁੰਦੇ ਸਨ, ਕਿਉਂਕਿ ਅੱਜ ਤੱਕ ਕਿਸੇ ਨੇ ਉਸ ਨੂੰ ਇਸ ਲੈਵਲ ਤੱਕ ਵੀ ਨਹੀਂ ਲੈ ਕੇ ਆਇਆ ਅਦਾਲਤ ਦੇ ਵਿੱਚ ਕਾਤਲ ਦੇ ਤੌਰ ਤੇ ਇਹਨੂੰ ਖੜਾ ਕਰਨਾ। ਇਹ ਹਜੇ ਆਪਣੇ ਆਪ 'ਚ ਇਹੋ ਹੀ ਪਹਿਲੀ ਤੇ ਜਿੱਤ ਇਹ ਹੈਗੀ ਹੈ। ਜੇਕਰ ਹੁਣ ਮੈਂ ਅੱਗੇ ਇਹਦੀ ਗੱਲ ਕਰਾਂ ਕਿ ਇਹਦੇ ਤੋਂ ਬੇਲ ਮਿਲ ਸਕਦੀ ਹੈ ਇਹਨਾਂ ਨੂੰ 302 ਦੇ ਉੱਤੇ ਵੀ? ਦੇਖੋ ਕਾਇਦੇ ਨਾਲ ਤਾਂ ਮੇਰਾ ਓਪੀਨੀਅਨ ਐਜ਼ ਅ ਲਾਇਰ, ਮੇਰਾ ਐਕਸਪੀਰੀਅੰਸ ਐਜ਼ ਅ ਲਾਇਰ ਕਹਿੰਦਾ ਨਹੀਂ ਮਿਲਣੀ ਚਾਹੀਦੀ। ਚਾਹੀਦੀ ਨਹੀਂ ਹੈ, ਬਿਲਕੁਲ ਨਹੀਂ ਮਿਲਣੀ ਚਾਹੀਦੀ, ਕਿਉਂਕਿ ਜੇ ਤੇ ਇਹ ਤੇ ਇਸ ਪਹਿਲੇ ਕੇਸ ਵੀ ਨਹੀਂ ਸੀ ਮਿਲਣੀ ਚਾਹੀਦੀ ਨਾ, ਜਦੋਂ 364 ਸੀਗਾ। ਬਿਲਕੁਲ ਮਗਰ ਦੇਖੋ ਅਸੀਂ ਉਦੋਂ ਵੀ ਬਹੁਤ ਅਪੋਜ਼ ਕੀਤਾ ਸੀ, ਬਹੁਤ ਸਟਰੋਂਗਲੀ ਅਪੋਜ਼ ਕੀਤਾ। ਹੁਣ ਸਰਕਾਰ ਨੇ ਵੀ ਉਸ ਚੀਜ਼ ਨੂੰ ਜਦੋਂ ਚੈਲੰਜ ਕੀਤਾ, 2 ਮਹੀਨੇ ਬਾਅਦ ਚੈਲੰਜ ਕੀਤਾ, ਸੋ ਇੰਨੀ ਡਿਲੇ ਹੁਣ ਸਰਕਾਰ ਕਿਉਂ ਕਰ ਰਹੀ ਹੈ ਉਹ ਸਰਕਾਰ ਜਾਣੇ। ਪਰ ਮੈਂ ਐਜ਼ ਅ ਕੰਪਲੇਨੈਂਟ ਕਾਊਂਸਲ ਉਸ ਚੀਜ਼ ਨੂੰ ਅਪੋਜ਼ ਕੀਤਾ ਸੀ ਕੋਰਟ ਦੇ ਵਿੱਚ। ਦੇਖੋ ਬੇਲ ਦੀਆਂ ਕੀ ਕੰਡੀਸ਼ਨਸ ਹੁੰਦੀਆਂ, ਵਿਟਨੈਸ ਧਮਕਾਊਗਾ ਨਹੀਂ, ਐਵੀਡੈਂਸ ਟੈਂਪਰ ਵਿਦ ਨਹੀਂ ਕਰੂਗਾ, ਔਰ ਭੱਜਣ ਦੀ ਕੋਸ਼ਿਸ਼ ਨਹੀਂ ਕਰੂਗਾ। ਤਿੰਨੋਂ ਚੀਜ਼ਾਂ ਇਹਨੇ ਕੀਤੀਆਂ। ਇਹ ਤਾਂ ਇੱਥੇ ਤੱਕ ਜੱਜਸ ਨੂੰ ਧਮਕਾਉਂਦਾ ਰਿਹਾ, ਅਸੀਂ ਉਹ ਪ੍ਰੂਫ ਵੀ ਕੋਰਟ ਦੇ ਵਿੱਚ ਲਾਤਾ। ਹੁਣ ਕੋਰਟ ਨੇ ਹਰ ਮਤਲਬ ਉਹ ਜਿਹੋ ਜਿਹਾ ਆਰਡਰ ਪਾਸ ਕੀਤਾ, ਉਸ ਆਰਡਰ ਦੇ ਉੱਤੇ ਹੀ ਸਾਨੂੰ ਟ੍ਰਾਂਸਫਰ ਐਪਲੀਕੇਸ਼ਨ ਲਾਉਣੀ ਪਈ ਕਿ ਜੀ ਇਹ ਕੋਰਟ ਨਾ ਸੁਣੇ, ਬਿਕੋਜ਼ ਕੋਰਟ ਕਿਤੇ ਨਾ ਕਿਤੇ ਓਪੀਨੀਅਨ ਹੀ ਬਣਾ ਚੁੱਕੀ ਹੈ ਕਿ ਸੁਮੇਧ ਸੈਣੀ ਇਨੋਸੈਂਟ ਹੈ। ਕਿਉਂਕਿ ਕੋਰਟ ਨੇ ਇੱਥੇ ਤੱਕ ਕਹਿਤਾ ਕਿ ਕੰਪਲੇਨੈਂਟ ਦੇ ਵਕੀਲ ਨੇ ਕਿਹਾ ਕਿ ਸੁਮੇਧ ਸੈਣੀ ਸ਼ਹਿਰ ਛੱਡ ਕੇ ਭੱਜਿਆ, ਪਰ ਪ੍ਰੋਸੀਕਿਊਸ਼ਨ ਨੇ ਨਹੀਂ ਕਿਹਾ। ਭਾਵੇਂ ਅਖਬਾਰ 'ਚ ਆਇਆ, ਚੰਡੀਗੜ੍ਹ ਪੁਲਿਸ ਨੇ ਕਿਉਂਕਿ ਪਰਚਾ ਨਹੀਂ ਦਰਜ ਕੀਤਾ ਜਾਂ ਪ੍ਰੋਸੀਕਿਊਸ਼ਨ ਨੇ ਉਹਦੀ ਡਿਟੇਲ ਨਹੀਂ ਦਿੱਤੀ ਕਿ ਲਾਕਡਾਊਨ ਪੀਰੀਅਡ 'ਚ ਭੱਜਿਆ ਹੈ, ਸੋ ਇਸ ਕਰਕੇ ਅਸੀਂ ਪ੍ਰੀਜ਼ਿਊਮ ਨਹੀਂ ਕਰਦੇ। ਹੁਣ ਤੁਸੀਂ ਮੈਨੂੰ ਦੱਸੋ, ਜੇ ਪ੍ਰੋਸੀਕਿਊਸ਼ਨ ਨਹੀਂ ਕਹਿ ਰਹੀ ਤੇ ਇਹਦੇ 'ਚ ਮੇਰਾ ਕੀ ਕਸੂਰ ਹੈ? ਮੈਂ ਤੇ ਕੰਪਲੇਨੈਂਟ ਵੱਲੋਂ ਆ ਕੇ ਕੋਰਟ ਨੂੰ ਅਪਰਾਈਜ਼ ਕਰ ਰਿਹਾ, ਫੈਕਟਸ ਦੱਸ ਰਿਹਾ, ਬਜਾਏ ਦੇ ਕੋਰਟ ਉਸ ਚੀਜ਼ ਨੂੰ ਐਕਸੈਪਟ ਕਰਦੀ, ਕੋਰਟ ਨੇ ਉਹ ਗਰਾਊਂਡ ਤੇ ਦੇਤੀ ਉਹਨੂੰ ਜ਼ਮਾਨਤ। ਹੁਣ ਵੀ 3 ਦਿਨ ਦਾ ਐਡਵਾਂਸ ਨੋਟਿਸ ਇਹਦੇ ਕੋਲ ਹੈਗਾ, ਪਰ ਠੀਕ ਹੈ, ਮੁਸ਼ਕਿਲਾਂ 100 ਹੋਣ, ਅਸੀਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ ਲੜੇ ਹਾਂ, ਇੱਥੇ ਤੱਕ ਪਹੁੰਚੇ ਹਾਂ, ਅੱਗੇ ਵੀ ਜਿੱਤ ਹਾਸਲ ਕਰਾਂਗੇ ਰੱਬ ਦੀ ਮਿਹਰ ਨਾਲ। ਜੇ ਅੱਗੇ ਦੀ ਜਿਸ ਤਰ੍ਹਾਂ ਗੱਲ ਕੀਤੀ ਹੈ, ਤੇ ਹੁਣ ਅਗਲੀ ਕਾਰਵਾਈ ਨੂੰ ਤੁਹਾਡੇ ਮੁਤਾਬਕ ਕਿੰਨੀ ਕੁ ਦੇਰੀ ਹੋ ਸਕਦੀ ਹੈ? ਦੇਖੋ ਟਾਈਮ ਕਾਇਦੇ ਨਾਲ ਇਹਨਾਂ ਨੂੰ ਲਾਉਣਾ ਤਾਂ ਨਹੀਂ ਚਾਹੀਦਾ। ਉਹਦਾ ਕਾਰਨ ਮੈਂ ਦੱਸਦਾ। ਪਹਿਲਾਂ ਤਾਂ ਇਹ ਸੀ ਕਿ ਬਹੁਤ ਮਿਸਿੰਗ ਲਿੰਕ ਸੀਗੇ ਇਸ ਕੇਸ ਤੇ। 29 ਸਾਲ ਪੁਰਾਣਾ ਕੇਸ ਹੈ, ਐਵੀਡੈਂਸ ਡਿਸਟਰੋਏ ਕਰਤੀ, ਲੋਕੀ ਅੱਗੇ ਨਹੀਂ ਆ ਰਹੇ ਗਵਾਹੀ ਦੇਣ ਨੂੰ, ਕਿਹੜੇ ਕਿਹੜੇ ਗਵਾਹ ਹੈ, ਕਿਹੜੇ ਵਿਟਨੈਸ ਹੈ, ਕਿਹੜੇ ਅਕਿਊਜ਼ਡ ਹੈ, ਡਿਟੇਲਸ ਨਹੀਂ ਮਿਲ ਪਈਆਂ ਸੀ। ਹੁਣ ਜਗੀਰ ਸਿੰਘ ਤੇ ਕੁਲਦੀਪ ਸਿੰਘ ਜਿਹੜੇ 2 ਅਕਿਊਜ਼ਡ ਰਿਟਾਇਰਡ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰਸ, ਜਿਨ੍ਹਾਂ ਨੇ ਵਾਅਦਾ ਮਾਫ ਗਵਾਹ ਬਣਨ ਦੇ ਲਈ ਅਰਜ਼ੀ ਲਾਈ ਸੀ, ਉਹਨਾਂ ਨੇ ਉਹ ਸਾਰੀ ਡਿਟੇਲ ਪ੍ਰੋਵਾਈਡ ਕੀਤੀ ਕਿ ਕਿਸ ਤਰ੍ਹਾਂ ਪੁਲਿਸ ਸਟੇਸ਼ਨ ਦੇ ਵਿੱਚ ਸੁਮੇਧ ਸੈਣੀ ਨੇ ਆਪਣੀ ਪ੍ਰੈਜ਼ੈਂਸ ਦੇ ਵਿੱਚ ਆਪਣੀ ਡਾਇਰੈਕਟ ਆਰਡਰਸ ਦੇ ਤਹਿਤ ਟੌਰਚਰ ਕਰਵਾਇਆ ਮੁਲਤਾਨੀ ਨੂੰ। ਟੌਰਚਰ ਵੀ ਕਿੰਨਾ ਇਨਹਿਊਮਨ, ਕਿ ਡੰਡਾ ਉਹਦੇ ਪਿੱਛੇ ਦਿੱਤਾ, ਫਿਰ ਉਹਦੇ ਤੇ ਠੁੱਡਾਂ ਮਰਵਾਈਆਂ, ਉਹ ਕੋਲੈਪਸ ਕਰ ਗਿਆ, ਉਹਦੀ ਡੈਥ ਹੋਈ, ਫਿਰ ਉਹਦੀ ਬੋਡੀ ਡਿਸਪੋਜ਼ ਆਫ ਕਰਾਉਣ ਲਈ ਪੁਲਿਸ ਟੀਮ ਭੇਜੀ। ਆ ਜੇ ਆਪਾਂ ਸਾਰੀਆਂ ਚੀਜ਼ਾਂ ਦੇਖੀਏ, ਇਹਨਾਂ ਡਿਟੇਲਸ ਤੋਂ ਬਾਅਦ ਹੁਣ ਇੱਕ ਬੰਦ ਕਮਰੇ 'ਚ ਹੋਇਆ ਟੌਰਚਰ ਹੈ, ਜਿਹਦੀ ਡਿਟੇਲ, ਜਿੱਥੇ ਸਿਵਿਲੀਅਨ ਐਕਸੈਸ ਨਹੀਂ ਸੀ, ਨਾ ਉੱਥੇ ਕੋਈ ਜਾ ਸਕਦਾ ਸੀ, ਨਾ ਕਿਸੇ ਨੂੰ ਪਤਾ ਹੋ ਸਕਦਾ ਸੀ ਕੀ ਹੋਇਆ। ਉਹ ਕੋਈ ਪੁਲਿਸ ਵਾਲਾ ਹੀ ਜਿਹੜਾ ਉੱਥੇ ਮੌਜੂਦ ਸੀ ਦੱਸ ਸਕਦਾ ਸੀ, ਉਹ ਪੁਲਿਸ ਵਾਲਿਆਂ ਨੇ ਹੁਣ ਡਿਟੇਲ ਦੇਤੀ। ਹੁਣ ਇਸ ਤੋਂ ਬਾਅਦ ਉਹ ਮਿਸਿੰਗ ਚੇਨ ਕੰਪਲੀਟ ਹੋ ਰਹੀ ਹੈ। ਸੋ ਹੁਣ ਮੈਂ ਐਕਸਪੈਕਟ ਕਰਦਾ ਕਿ ਹੁਣ ਤਫਤੀਸ਼ ਤੇਜ਼ੀ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਐਵੀਡੈਂਸ, ਜਿਹੜੀਆਂ ਚੀਜ਼ਾਂ ਨਹੀਂ ਲੱਭ ਰਹੀਆਂ ਸੀ, ਉਹ ਹੁਣ ਸਾਰੀ ਡਿਟੇਲ ਮਿਲ ਗਈ ਹੈ। ਸੋ ਹੁਣ ਤਫਤੀਸ਼ ਦੀ ਸਪੀਡ ਵਧਣੀ ਚਾਹੀਦੀ ਹੈ। ਹੁਣ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਹੋਇਆ, ਜਗੀਰ ਸਿੰਘ ਤੇ ਕੁਲਦੀਪ ਸਿੰਘ, ਜਿਨ੍ਹਾਂ ਨੇ ਇਹ ਬਿਆਨ ਦਿੱਤਾ,
ਕਿ 1% ਅਸੀਂ ਇਹ ਚਾਂਸ ਲੈ ਕੇ ਚੱਲੀਏ ਕਿ ਅਗਰ ਇਹ ਬੰਦੇ ਬਿਆਨ ਬਦਲ ਜਾਣ, ਕੋਈ ਚਾਂਸ ਹੈਗਾ ਵੀ ਉਹ ਬਦਲ ਸਕਦੇ ਨੇ? ਦੇਖੋ, ਪੂਰਾ ਚਾਂਸ ਹੁੰਦਾ ਹੈ ਕਿ ਬੰਦਾ ਬਦਲੇ, ਪਰ ਉਹਦਾ ਨੁਕਸਾਨ ਵੀ ਉਸੇ ਬੰਦੇ ਨੂੰ ਹੁੰਦਾ ਹੈ। ਇੱਕ ਇਨਸਾਨ ਅਕਿਊਜ਼ਡ ਹੈ, ਉਹ ਕੋਰਟ ਦੇ ਵਿੱਚ ਆ ਕੇ ਕਹਿੰਦਾ ਹੈ ਕਿ ਜੀ ਮੈਂ ਕਿਉਂਕਿ ਪ੍ਰਿੰਸੀਪਲ ਅਕਿਊਜ਼ ਨਹੀਂ ਆ, ਮੇਨ ਅਕਿਊਜ਼ ਨਹੀਂ ਆ, ਮੇਨ ਆਫੈਂਡਰ ਨਹੀਂ ਆ, ਉਸ ਹੱਦ ਤੱਕ ਮੈਂ ਜੁਰਮ ਨਹੀਂ ਕੀਤਾ ਐਜ਼ ਅ ਪ੍ਰਿੰਸੀਪਲ ਆਫੈਂਡਰ, ਸੋ ਮੈਨੂੰ ਮਾਫੀ ਦੇ ਦਿਓ, ਮੈਂ ਵਾਦਾ ਮਾਫ ਗਵਾਹ ਬਣਨ ਨੂੰ ਤਿਆਰ ਹਾਂ, ਮੈਂ ਫੁੱਲ ਡਿਸਕਲੋਜ਼ਰ ਕਰਾਂਗਾ, ਸਾਰੀ ਡਿਟੇਲ ਐਕਸਪਲੇਨ ਕਰਾਂਗਾ। ਫਿਰ ਉਹ ਬੰਦਾ ਆਪਣੀ ਸਾਰੀ ਡਿਟੇਲ, ਆਪਣਾ ਰੋਲ ਐਕਸਪਲੇਨ ਕਰਦਾ ਹੈ, ਦੂਜੀ ਪਾਰਟੀਜ਼ ਦਾ ਰੋਲ ਐਕਸਪਲੇਨ ਕਰਦਾ ਹੈ, ਦੂਜੇ ਅਕਿਊਜ਼ ਦਾ, ਸਾਰਾ ਕੁਝ ਐਕਸਪਲੇਨ ਕਰਦਾ ਹੈ। ਉਹ ਚੀਜ਼ਾਂ ਐਕਸਪਲੇਨ ਕਰਨ ਤੋਂ ਬਾਅਦ ਜੇ ਕੋਰਟ ਕਨਵਿੰਸ ਹੁੰਦੀ ਹੈ ਕਿ ਇਹ ਉਹ ਡਿਟੇਲਸ ਦੇ ਰਿਹਾ ਜਿਹੜੀ, ਔਰ ਪ੍ਰੋਸੀਕਿਊਸ਼ਨ ਉਸ ਚੀਜ਼ ਨੂੰ ਆਬਜੈਕਸ਼ਨ ਦਿੰਦੀ ਹੈ ਕਿ ਸਾਨੂੰ ਇਹਦੀ ਲੋੜ ਹੈ, ਇਹਨੂੰ ਵਾਦਾ ਮਾਫ ਗਵਾਹ ਬਣਾਓ, ਕਿਉਂਕਿ ਉਹ ਡਿਟੇਲਸ ਦੇ ਰਿਹਾ ਜਿਹੜੀਆਂ ਸਾਡੇ ਕੋਲ ਐਵੀਡੈਂਸ ਦੇ ਵਿੱਚ ਮਿਸਿੰਗ ਹੈਗੀਆਂ। ਉਹ ਚੇਨ ਆਫ ਲਿੰਕ ਚੇਨ ਜਿਹੜੀ ਹੁੰਦੀ ਹੈ, ਉਹ ਲਿੰਕ ਨਹੀਂ ਐਸਟੈਬਲਿਸ਼ ਹੋ ਰਿਹਾ। ਫਿਰ ਕੋਰਟ ਜੇ ਠੀਕ ਸਮਝਦੀ ਹੈ ਉਸ ਚੀਜ਼ ਨੂੰ ਅਲਾਉ ਕਰਦੀ ਹੈ। ਹੁਣ ਉਹਦੇ ਵਿੱਚ ਕੰਡੀਸ਼ਨ ਹੀ ਆ ਹੁੰਦੀ ਹੈ ਕਿ ਇੱਕੋ ਬੰਦਾ ਫੁੱਲ ਡਿਸਕਲੋਜ਼ਰ ਕਰੂ ਔਰ ਵਾਦਾ ਮਾਫੀ ਦੀਆਂ ਕੰਡੀਸ਼ਨਸ ਨੂੰ ਸਾਰੀਆਂ ਨੂੰ ਫੋਲੋ ਕਰੂਗਾ। ਜੇ ਕਿਸੇ ਵੀ ਸਟੇਜ ਤੇ ਉਹ ਆਪਣੇ ਬਿਆਨ ਤੋਂ ਬਦਲ ਜਾਂਦੇ ਆ ਤੇ ਉਹਨਾਂ ਨੂੰ ਦੁਬਾਰਾ ਵਾਦਾ ਮਾਫ ਗਵਾਹ ਤੋਂ ਅਕਿਊਜ਼ਡ ਬਣਾ ਲਿਆ ਜਾਂਦਾ ਹੈ, ਟੈਂਡਰ ਆਫ ਪਾਰਡਨ ਰਿਵੋਕ ਕਰ ਦਿੱਤਾ ਜਾਂਦਾ ਹੈ, ਔਰ ਉਹਨਾਂ ਦਾ ਜਿਹੜਾ ਇੱਕ ਉਹਨਾਂ ਨੂੰ ਮਾਫੀ ਦਿੱਤੀ ਗਈ ਹੈ ਉਹ ਮਾਫੀ ਕੈਂਸਲ ਸਮਝੋ ਕਰ ਦਿੰਦੇ ਆ, ਔਰ ਉਹਨਾਂ ਨੂੰ ਦੁਬਾਰਾ ਪ੍ਰੋਸੀਕਿਊਸ਼ਨ ਵਿਟਨੈਸ ਤੋਂ ਅਕਿਊਜ਼ ਦਾ ਸਟੇਟਸ ਦੇ ਦਿੱਤਾ ਜਾਂਦਾ। ਸੋ ਜੇ ਉਹ ਕੱਲ ਨੂੰ ਮੁੱਕਰਦੇ ਆ, ਉਹ ਨੁਕਸਾਨ ਉਹਨਾਂ ਨੂੰ ਆਪ ਨੂੰ ਹੈ, ਕਿਸੇ ਹੋਰ ਨੂੰ ਨਹੀਂ, ਉਹੀ ਅਕਿਊਜ਼ਡ ਬਣਨਗੇ ਦੁਬਾਰਾ ਕੇਸ ਤੇ। ਬਿਲਕੁਲ ਠੀਕ। ਇਹ ਮੇਰਾ ਸਵਾਲ ਇਸ ਲਈ ਸੀਗਾ ਕਿ ਜਿਸ ਤਰੀਕੇ ਨਾਲ ਸੁਮੇਧ ਸੈਣੀ ਦੀ ਸ਼ਾਖ ਹੈਗੀ ਹੈ, ਉਹ ਹੁਣ ਓਬਵੀਅਸ ਕੋਸ਼ਿਸ਼ ਕਰ ਸਕਦਾ ਹੈ ਕਿ ਇਹਨਾਂ ਨੂੰ ਡਰਾਉਣ ਧਮਕਾਉਣ ਦਾ, ਕਿਉਂਕਿ ਇਹਨਾਂ ਦੀ ਬਿਨਾਹ ਦੇ ਉੱਤੇ ਹੀ ਹੁਣ 302 ਦਾ ਪਰਚਾ ਦਰਜ ਹੋਇਆ। ਜ਼ਰੂਰ ਕਰੂਗਾ, ਆਈ ਐਮ ਵੈਰੀ ਸ਼ੋਰ, ਆਲਰੇਡੀ ਕਰ ਵੀ ਰਿਹਾ ਹੋਣਾ, ਕੋਈ ਡਾਊਟ ਹੀ ਨਹੀਂ ਮੈਨੂੰ ਉਸ ਚੀਜ਼ ਦਾ। ਬਿਲਕੁਲ ਠੀਕ। ਤੇ ਹੁਣ ਕੁਝ ਹੋਰ ਫੈਮਲੀਆਂ ਹੁਣ ਸਾਹਮਣੇ ਆਣਗੀਆਂ ਤੇ ਜਾਂ ਆਈਆਂ ਵੀ ਹੋਣੀਆਂ ਤੁਹਾਡੇ ਕੋਲ, ਕਿਉਂਕਿ ਜਦੋਂ ਤੱਕ ਹੁਣ ਉਹਨਾਂ ਨੂੰ ਇਹ ਪਤਾ ਚੱਲ ਗਿਆ ਵੀ 302 ਦਾ ਪਰਚਾ ਵੀ ਦਰਜ ਹੋ ਗਿਆ ਕਾਤਲ ਦੇ ਤੌਰ ਤੇ ਉਹ, ਤੇ ਕਿਉਂਕਿ ਇਹ ਇਕੱਲਾ ਇੱਕ ਮੁਲਤਾਨੀ ਪਰਿਵਾਰ ਨਹੀਂ ਹੈਗਾ, ਇਸ ਦਾ ਸ਼ਿਕਾਰ ਹੋਰ ਬਹੁਤ ਸਾਰੇ ਫੈਮਲੀਆਂ ਸ਼ਿਕਾਰ ਨੇ, ਤੇ ਤੁਸੀਂ ਥੋੜਾ ਜਿਹਾ ਦੱਸੋ ਕਿ ਜੇਕਰ ਕੁਝ ਹੋਰ ਫੈਮਲੀਆਂ ਨੇ ਤੁਹਾਡੇ ਨਾਲ ਕੰਟੈਕਟ ਬਣਾਇਆ ਹੋਵੇ। ਦੇਖੋ, ਹੋਰ ਬਹੁਤ ਵਿਟਨੈਸ ਅੱਗੇ ਆਈ ਹੈ, ਬਹੁਤ ਲੋਕਾਂ ਨੇ ਡਾਇਰੈਕਟ ਚੈਨਲਸ ਤੇ ਇੰਟਰਵਿਊਜ਼ ਵੀ ਦਿੱਤੀਆਂ, ਸੋ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਨਾਂ ਕੋਲ ਭੇਜਿਆ, ਕਿਉਂਕਿ ਕਾਨੂੰਨੀ ਤੌਰ ਤੇ ਮੈਂ ਉਹਨਾਂ ਦੀ ਸਟੇਟਮੈਂਟ ਨਹੀਂ ਰਿਕਾਰਡ ਕਰ ਸਕਦਾ। ਮੇਰੇ ਕੋਲ ਜੋ ਅਪਰੋਚ ਕਰਦੇ ਹੈ ਤੇ ਮੇਰਾ ਫਰਜ਼ ਇਹ ਬਣਦਾ ਹੈ ਕਿ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਬਿਆਨ ਰਿਕਾਰਡ ਕਰਾਉਣ ਲਈ SIT ਕੋਲ ਭੇਜਾਂ, ਜੋ ਮੈਂ ਕੀਤਾ। ਜਦੋਂ ਉਹਨਾਂ ਨੇ ਜਾ ਕੇ ਆਪਣੀ ਸਟੇਟਮੈਂਟ ਰਿਕਾਰਡ ਕਰਾਤੀ, ਉਸ ਤੋਂ ਬਾਅਦ ਕਿਸੇ ਦੀ 164 ਦੇ ਅੰਡਰ ਮੈਜਿਸਟ੍ਰੇਟ ਦੇ ਸਾਹਮਣੇ ਕੋਰਟ ਦੇ ਵਿੱਚ ਸਟੇਟਮੈਂਟ ਰਿਕਾਰਡ ਕਰਾਤੀ, ਕਿਸੇ ਨੂੰ ਉਹਨਾਂ ਨੇ ਵੈਸੇ ਗਵਾਹ ਬਣਾ ਲਿਆ, ਕਿਸੇ ਦੇ ਡਾਕੂਮੈਂਟਸ ਆ ਗਏ, ਬਹੁਤ ਲੋਕ ਅੱਗੇ ਆਏ, ਪਰ ਉਹ ਸਾਰੇ ਅਜੇ ਕਿਤੇ ਨਾ ਕਿਤੇ ਇਸ ਕੇਸ ਨਾਲ ਕਨੈਕਟਡ ਨੇ। ਦੇਖੋ, ਸੁਮੇਧ ਸਿੰਘ ਸੈਣੀ ਨੇ, ਜਿਵੇਂ ਤੁਸੀਂ ਕਹਿ ਰਹੇ ਹੋ, ਗੱਲ ਬਿਲਕੁਲ ਠੀਕ ਹੈ, ਇੱਕ ਨਹੀਂ ਹਜ਼ਾਰਾਂ ਕਤਲ ਕੀਤੇ ਆ, ਵਰਦੀ ਦੀ ਦੁਰਵਰਤੋਂ ਕੀਤੀ ਹੈ। ਹੁਣ ਉਮੀਦ ਰੱਖ ਸਕਦੇ ਹਾਂ ਕਿ ਲੋਕੀ ਹਿੰਮਤ ਜੁਟਾ ਕੇ ਅੱਗੇ ਆਉਣਗੇ ਔਰ ਸਾਰੀਆਂ ਕੀਤੀਆਂ ਤਸ਼ੱਦਦ ਜਿਹੜੀਆਂ ਉਹਦੀਆਂ ਉਹਨਾਂ ਦੀਆਂ ਡਿਟੇਲਸ ਦੇਣਗੇ ਤੇ ਅਸੀਂ ਉਹਨੂੰ ਪ੍ਰੋਸੀਕਿਊਟ ਕਰਾਂਗੇ, ਕਿਉਂਕਿ ਜਦੋਂ ਤੱਕ ਉਹ ਲੋਕ ਹੀ ਨਹੀਂ ਅੱਗੇ ਆਉਂਦੇ ਅਸੀਂ ਕੁਝ ਨਹੀਂ ਕਰ ਸਕਦੇ, ਵੀ ਆਰ ਹੈਲਪਲੈਸ। ਬਿਲਕੁਲ ਠੀਕ। ਤੇ ਜਦੋਂ ਹੁਣ ਇਹ ਵਾਲਾ ਕੇਸ ਚੱਲੇਗਾ ਮੁਲਤਾਨੀ ਦਾ ਨਾਲ, ਕਿ ਕੁਝ ਇਦਾਂ ਦਾ ਹੈਗਾ ਕਿ ਆਟੋਮੈਟਿਕਲੀ ਕੁਝ ਕੇਸ ਨਾਲ ਚੱਲਣਗੇ ਜਿਹੜੇ ਉਸ ਟਾਈਮ ਤੇ, ਜਿਸ ਟਾਈਮ ਤੇ ਮੁਲਤਾਨੀ ਅੰਦਰ ਸਨ, ਜਿਹੜੇ 2-4 ਸਨ, ਕਿ ਉਹ ਕੋਰਟ ਕਹੇਗਾ ਵੀ ਉਹਨਾਂ ਦੀ ਵੀ ਵੈਰੀਫਿਕੇਸ਼ਨ ਤਫਤੀਸ਼ ਵਗੈਰਾ ਉਹ ਨਾਲ ਹੀ ਕਰੋ, ਕੁਝ ਇਦਾਂ ਦਾ ਹੈ? ਉਹ ਡਿਪੈਂਡ ਕਰਦਾ ਜੀ, ਹੁਣ ਜਿਵੇਂ ਭੁੱਲਰ ਫੈਮਿਲੀ ਦੇ ਕੁਝ ਲੋਕ ਮਾਰੇ, ਜੇ ਉਹ ਤਫਤੀਸ਼ ਨਾਲ ਡਿਟੇਲਸ ਉਹਦੇ ਚ ਆ ਜਾਂਦੀਆਂ ਉਹਨਾਂ ਦਾ ਨਾਲ ਚੱਲੂਗਾ, ਬਟ ਅਦਰਵਾਈਜ਼ ਅਨਲੈਸ ਐਂਡ ਅੰਟਿਲ ਉਹ ਕਨੈਕਟਡ ਚੀਜ਼ ਹੋਵੇ, ਉਹ ਚੀਜ਼ਾਂ ਇਕੱਠੀਆਂ ਨਹੀਂ ਚੱਲਣਗੀਆਂ। ਉਹ ਫਿਰ ਇੰਡੀਪੈਂਡੈਂਟ ਆਫੈਂਸ ਹੈ, ਇੰਡੀਪੈਂਡੈਂਟ ਇਨਸੀਡੈਂਟ ਹੈ, ਉਹ ਅੱਡ ਹੀ ਚੱਲਦੇ ਆ, ਅੱਡ ਉਹਨਾਂ ਲਈ FIR ਦਰਜ ਹੋਊਗੀ। ਜਿਹੜੇ ਇੱਥੇ ਕਨੈਕਟਡ ਹੋਣਗੇ ਉਹ ਨਾਲ ਚੱਲ ਸਕਦੇ ਆ, ਦੂਜੇ ਨਹੀਂ। ਬਿਲਕੁਲ ਠੀਕ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਇਨਫੋਰਮੇਸ਼ਨ ਦੇਣ ਦਾ ਸਾਨੂੰ, ਤੇ ਖਾਸ ਕਰਕੇ ਜਿਹੜਾ ਸੁਮੇਧ ਸੈਣੀ ਨੂੰ ਅਸੀਂ ਲੋਕ, ਕਿ ਮੈਂ ਆਹੀ ਆਸਟ੍ਰੇਲੀਆ ਤੋਂ, ਪੂਰੀ ਦੁਨੀਆ ਹੀ ਇਹ ਦੇਖਣੀ ਚਾਹੁੰਦੀ ਹੈ ਕਿ ਉਹਨੂੰ ਸਲਾਖਾਂ ਦੇ ਪਿੱਛੇ ਹੁਣ ਜਾਣ ਤੋਂ ਪਹਿਲੇ ਜਿਹੜਾ ਹੁਣ ਟ੍ਰੈਂਡਿੰਗ ਦੇ ਵਿੱਚ ਮੈਂ ਕਹਿ ਸਕਦਾ ਅੱਜ ਕੱਲ ਇੱਕ ਮੁੱਦਾ ਹੈਗਾ, ਅਗਰ ਉਹਦੇ ਉੱਤੇ ਤੁਹਾਡਾ ਕੋਈ ਆਪਣਾ ਵਿਚਾਰ ਹੋਵੇ ਤੇ ਜੇ ਤੁਸੀਂ ਮੈਨੂੰ ਦੱਸ ਪਾਓ, ਪਤਾ ਨਹੀਂ ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਉਹਦੇ ਤੇ ਦੱਸ ਪਾਓ, ਪ੍ਰਸ਼ਾਂਤ ਭੂਸ਼ਣ ਦੇ ਕੇਸ ਦੇ ਉੱਤੇ ਕੋਈ ਚਾਨਣਾ ਪਾਵੋਗੇ ਕਿ ਤੁਸੀਂ ਕਿਸ ਸਾਈਡ ਵੱਲ ਜਾਂਦੇ ਨੇ? ਦੇਖੋ, ਮੈਂ ਉਸ ਕੇਸ ਨੂੰ ਉਸ ਹੱਦ ਤੱਕ ਫੋਲੋ ਨਹੀਂ ਕੀਤਾ ਕਿ ਮੈਂ ਮਿਸਟਰ ਪ੍ਰਸ਼ਾਂਤ ਭੂਸ਼ਣ ਜੀ ਦੇ ਕੇਸ ਦੇ ਵਿੱਚ
डिटेल दे सका। ਮੈਨੂੰ मैं ਸਿਰਫ हालांकि ਇੱਕ ਇਹ ਤੁਹਾਡੀ ਇੱਕ ਰਾਏ ਵੀ ਤੁਹਾਡੀ ਰਾਏ ਕੀ ਹੈਗੀ ਹੈ ਇੱਕ ਵਿਅਕਤੀਗਤ नहीं ਤੌਰ ਤੇ मैं ਤੁਸੀਂ वही ਕੇਸ दस ਨਹੀਂ ਲੜ रहा, ਰਹੇ ਹੋ ਪੈਰਵੇ ਦੀ नहीं मैं ਦੱਸਦਾ ਉਹ ਕੇਸ ਉਸ ਟਾਈਮ ਹੋਇਆ ਹੈ ਜਦੋਂ ਮੈਂ ਸੁਮੇਧ ਸਿੰਘ ਸੈਣੀ ਤੇ 302 ਦੇ ਲਈ ਕੋਰਟ ਦੇ ਵਿੱਚ ਲੜ ਰਿਹਾ ਸੀ। ਐਗਜ਼ੈਕਟਲੀ ਸੋ ਉਹਨਾਂ ਦੇ ਕੰਟੈਂਪਟ ਨੂੰ ਫੋਲੋ ਕਰ ਸਕਣਾ ਮੇਰੇ ਲਈ ਪੋਸੀਬਲ ਨਹੀਂ ਹੈ, ਜਿਹਦੇ ਕਰਕੇ ਮੈਂ ਤੁਹਾਡੇ ਚੈਨਲ ਤੇ ਕੋਈ ਜਵਾਬ ਦੇਵਾਂ। ਸੁਮੇਧ ਸੈਣੀ ਦੇ 302 ਲਵਾਉਣਾ ਮੇਰੇ ਲਈ ਜ਼ਿਆਦਾ ਇੰਪੋਰਟੈਂਟ ਮੁੱਦਾ ਬਣਿਆ ਹੋਇਆ ਹੈ, ਕਿਉਂਕਿ ਇਹਨੂੰ ਤਾਂ ਅੱਜ ਤੱਕ ਕਿਸੇ ਨੇ ਵੀ ਨਹੀਂ ਹੱਥ ਪਾਇਆ। ਹੱਥ ਪਾਇਆ ਬਿਲਕੁਲ ਉਹ ਤਾਂ ਸੀਨੀਅਰ ਐਡਵੋਕੇਟ ਨੇ ਜਿਨ੍ਹਾਂ ਨੇ ਮਿਸਟਰ ਪ੍ਰਸ਼ਾਂਤ ਭੂਸ਼ਣ ਲਈ ਕੁਝ ਹੋਇਆ ਵੀ ਹੈ, ਮੈਨੂੰ ਪਤਾ ਹੈ ਕਿ ਕੰਟੈਂਪਟ ਇਸ਼ੂ ਹੋਈ ਹੈ, ਉਹ ਸਾਰਾ ਉਹਨਾਂ ਦਾ ਚੱਲ ਰਿਹਾ ਮੈਟਰ। ਉਹਨਾਂ ਕੋਲ ਉਹ ਆਪ ਵੀ ਕੰਪੀਟੈਂਟ ਨੇ, ਉਹਨਾਂ ਕੋਲ ਟੀਮ ਵੀ ਹੈ ਹੈਂਡਲ ਕਰਨ ਲਈ। ਤੇ ਮੁਲਤਾਨੀ ਫੈਮਿਲੀ ਲਈ ਤਾਂ ਅਜੇ ਮੈਂ ਹੀ ਲੜ ਰਿਹਾ, ਜ਼ੋਰ ਲਾ ਰਿਹਾ ਆਪਣੇ ਵੱਲੋਂ। ਸੋ ਜਿੱਥੇ ਮੈਨੂੰ ਪਹਿਲਾ ਸਵਾਲ ਤੁਹਾਡਾ ਬੜਾ ਜਾਇਜ਼ ਆਇਆ ਕਿ 302 ਹੁਣ ਕਿਉਂ ਲੱਗੀ ਇੰਨੀ ਡਿਲੇ ਤੋਂ ਬਾਅਦ, ਇਹ ਤਾਂ ਪਹਿਲਾਂ ਲੱਗਣੀ ਚਾਹੀਦੀ ਸੀ। ਉਹੀ ਚੀਜ਼ਾਂ ਮੈਂ ਵੀ ਕਹਿ ਰਿਹਾ ਸੀ, ਪਰ ਕਹਿਣਾ ਔਰ ਉਸ ਚੀਜ਼ ਨੂੰ ਕਰਵਾਉਣਾ ਬਹੁਤ ਫਰਕ ਹੁੰਦਾ ਹੈ। ਪਿਛਲੀ ਵਾਰੀ ਤੁਹਾਨੂੰ ਇੰਟਰਵਿਊ ਦਿੱਤੀ ਸੀ, ਸ਼ਾਇਦ ਤੁਹਾਨੂੰ ਵੀ ਉਮੀਦ ਨਹੀਂ ਸੀ ਕਿ ਅਸੀਂ ਇਸ ਸਟੇਜ ਤੇ ਦੁਬਾਰਾ ਇੰਟਰਵਿਊ ਕਰ ਰਹੇ ਹੋਵਾਂਗੇ, ਇਸ ਖੁਸ਼ੀ ਨਾਲ ਕਰ ਰਹੇ। ਬਿਲਕੁਲ ਠੀਕ। ਅੱਛਾ ਇੱਕ ਸੋਰੀ ਲਾਸਟ ਜਿਹੜਾ ਸਵਾਲ ਮੇਰਾ ਪਹਿਲੇ ਵੀ ਰਹਿ ਗਿਆ ਸੀਗਾ, ਸਿੱਟ ਤੋਂ ਤੁਸੀਂ ਹੁਣ ਥੋੜਾ ਜਿਹਾ ਤੁਹਾਡੇ ਦਿਲ ਦੇ ਅੰਦਰ ਕੁਝ ਹੈਗਾ ਵੀ ਸਿੱਟ ਦੇ ਖਿਲਾਫ ਜਾਂ ਸਿੱਟ ਤੋਂ ਸੰਤੁਸ਼ਟ ਹੋ, ਕੀ ਤੁਹਾਡਾ ਅੰਦਰੋਂ ਕੀ ਤੁਹਾਡਾ ਦਿਲ ਕਹਿੰਦਾ ਸਿੱਟ ਦੇ ਉੱਤੇ? ਦੇਖੋ ਮੈਂ ਕਮੈਂਟ ਇਸ ਚੀਜ਼ ਤੇ ਤਾਂ ਨਹੀਂ ਕਰਦਾ। ਸੁਮੇਧ ਸੈਣੀ ਨੂੰ ਇਨਵੈਸਟੀਗੇਸ਼ਨ ਦੀਆਂ ਡਿਟੇਲਸ ਮਿਲ ਰਹੀਆਂ, ਉਹ ਕਿੱਥੋਂ ਮਿਲ ਰਹੀਆਂ ਮੈਨੂੰ ਨਹੀਂ ਪਤਾ। ਮੈਂ ਸਿੱਟ ਤੇ ਸਵਾਲ ਨਹੀਂ ਚੁੱਕ ਰਿਹਾ, ਇਹਨਾਂ ਦਾ ਕੋਈ ਮੈਂਬਰ ਦੱਸ ਰਿਹਾ, ਇਹਨਾਂ ਦੇ ਕੋਈ ਕਲੈਰੀਕਲ ਲਾਈਨ ਸਟਾਫ ਦਾ ਬੰਦਾ ਦੱਸ ਰਿਹਾ, ਮੈਨੂੰ ਨਹੀਂ ਪਤਾ। ਸੁਮੇਧ ਸੈਣੀ ਉਹਦੀ ਫੜਾ ਮਾਰਦਾ। ਦੇਖੋ ਮੇਰੇ ਕੋਲ ਆ ਇਨਫੋਰਮੇਸ਼ਨ ਹੁੰਦੀ ਹੈ, ਮੈਨੂੰ ਹੁਣ ਐਜ਼ ਅ ਲਾਇਰ ਪਤਾ ਨਹੀਂ ਸੀ ਕਿ ਇਹਦੇ ਤੇ 302 ਲੱਗੀ ਹੈ ਕਿ ਨਹੀਂ ਲੱਗੀ ਹੈ, ਤੇ ਸੈਣੀ ਕੋਰਟ 'ਚ ਐਪਲੀਕੇਸ਼ਨ ਵੀ ਲਾ ਗਿਆ ਕਿ ਮੇਰੇ ਤੇ 302 ਲਾਉਣ ਜਾ ਰਹੇ ਆ। 302 ਉਸ ਚੀਜ਼ ਤੋਂ 2.5 ਮਹੀਨੇ ਬਾਅਦ ਲੱਗੀ, FIR ਹੋਣ ਤੋਂ 3.5 ਮਹੀਨੇ ਬਾਅਦ। ਦੂਜੀ ਗੱਲ, ਪਰਚਾ ਪੁਲਿਸ ਨੇ ਦਰਜ ਕੀਤਾ, 302 ਉਦੋਂ ਲਾ ਸਕਦੇ ਸੀ, ਨਹੀਂ ਲਾਈ। ਫਾਈਨਲੀ ਵਾਦਾ ਮਾਫ ਗਵਾਹ ਬਣਾਉਣ ਦੇ ਲਈ ਉਹ ਲੋਕਾਂ ਨੇ ਆਪ ਐਪਲੀਕੇਸ਼ਨ ਲਾਈ, ਜਦੋਂ ਕੋਰਟ ਨੇ ਕਿਹਾ ਤਾਂ SIT ਨੇ ਲਾਈ। ਹੁਣ 302 ਲਈ ਵੀ ਬਹੁਤ ਲੇਟ ਲਾਉਣੀ ਪਈ। ਸੋ ਕਿਤੇ ਨਾ ਕਿਤੇ ਡਿਲੇ ਹੈ, ਅਨਵਿਲਿੰਗਨੈਸ, ਕੁਝ ਵੀ ਆਇਆ ਹੋਵੇ। ਮੈਂ ਕ੍ਰੈਡੀਬਿਲਿਟੀ ਤੇ ਵੀ ਨਹੀਂ ਸਵਾਲ ਚੁੱਕਦਾ, ਨਾ ਮੈਂ ਤਾਰੀਫ ਕਰਦਾ ਨਾ ਮੈਂ ਕ੍ਰਿਟਿਸਾਈਜ਼ ਕਰਦਾ। ਬਿਲਕੁਲ ਠੀਕ। ਉਹਦਾ ਕਾਰਨ ਇਹ ਹੈ, ਮੇਰੇ ਕੋਲ ਉਹ ਜਿਹੇ ਫੈਕਟਸ ਨਹੀਂ ਹੈ ਕਿ ਮੈਂ ਹੁਣ ਮੰਨ ਲਓ ਤੁਸੀਂ ਆਹ ਪੁੱਛੋਗੇ ਜੀ ਸੈਣੀ ਨਿਕਲ ਜੂਗਾ ਇਸ ਕੇਸ ਚੋਂ, ਤੇ ਮੈਂ ਗਰੰਟੀ ਦਿੰਦਾ ਨਹੀਂ ਨਿਕਲੂਗਾ। ਇੱਕੋ ਹੀ ਕਾਰਨ ਹੈ, ਮੇਰਾ ਰੱਬ 'ਚ ਬਹੁਤ ਵਿਸ਼ਵਾਸ ਹੈ। ਜੇ ਆਹ ਕੇਸ ਚੋਂ ਉਹਨੇ ਨਿਕਲਣਾ ਹੁੰਦਾ 2011 'ਚ ਹੀ ਨਿਕਲ ਗਿਆ ਸੀ। 2007 CBI ਕੋਲ ਵੀ ਨਾ ਸ਼ਾਇਦ ਕੇਸ ਜਾਂਦਾ। ਰੱਬ ਨੇ ਪਾਪਾਂ ਦੀ ਬੰਦੇ ਨੂੰ ਸਜ਼ਾ ਦੇਣੀ ਹੈ, ਸ਼ਾਇਦ ਤਾਂ ਹੀ ਮੈਂ ਇਸ ਕੇਸ 'ਚ ਆਇਆ। ਮੈਂ ਪਿੱਛੇ ਨਹੀਂ ਹਟਣ ਲੱਗਿਆ, ਇਹਨੂੰ ਪਾਪਾਂ ਦੀ ਇਹਦਾ ਸਜ਼ਾ ਦਵਾ ਕੇ ਹਟੂੰਗਾ, ਉਹ ਗਰੰਟੀ ਮੈਂ ਦੇ ਸਕਦਾ। ਹੁਣ SIT ਦੀ ਜਿਹੜੀ ਚੀਜ਼ ਹੈ, ਉਹਦੇ ਫੈਕਟਸ ਜਿਹੜੇ ਮੇਰੇ ਕੋਲ ਹੈਗੇ ਆ, ਉਹ ਇੰਨੇ ਆਥੈਂਟਿਕ, ਇੰਨੇ ਸਹੀ ਨਹੀਂ ਹੈ ਕਿ ਮੈਂ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਸਵਾਲ ਚੁੱਕ ਕੇ ਉਹਨਾਂ ਨੂੰ ਡੀਮੋਰਲਾਈਜ਼ ਕਰਾਂ ਜਾਂ ਉਹਨਾਂ ਦੀ ਤਾਰੀਫ ਕਰਾਂ ਔਰ ਉਹ ਹਵਾ ਦੇ ਇੱਕ ਅਲੱਗ ਲਿਫਾਫਾ ਜਾਂ ਉਹਨਾਂ ਨੂੰ ਵਾਂਗੂ ਉਹਨਾਂ 'ਚ ਹਵਾ ਭਰਾਂ ਕੇ ਜੀ ਸ਼ਾਬਾਸ਼ ਤੁਸੀਂ ਕਮਾਲ ਕਰਤੀ। ਕਿਉਂਕਿ ਜੇ ਉਹਨਾਂ ਦੀ ਕਮਾਲ ਵੀ ਇੰਨੀ ਹੁੰਦੀ ਤਾਂ ਤੁਸੀਂ ਮੈਨੂੰ ਸਵਾਲ ਕਿਉਂ ਪੁੱਛਦੇ ਕਿ 302 ਤਾਂ ਬਹੁਤ ਪਹਿਲਾਂ ਲੱਗਣੀ ਚਾਹੀਦੀ ਸੀ, ਉਹੀ SIT ਦੇ ਹੱਥ ਹੀ ਸੀ। ਇਸ ਕਰਕੇ ਮੈਂ ਕੋਈ ਗਲਤ ਫੈਕਟ ਨਹੀਂ ਐਕਸਪ੍ਰੈਸ ਕਰਨਾ ਚਾਹੁੰਦਾ। ਨਹੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਜੁੜਨ ਲਈ। ਤੇ ਇਹ ਹਨ ਪ੍ਰਦੀਪ ਵਿਰਕ ਜੀ, ਜਿਨ੍ਹਾਂ ਨੂੰ ਪੰਜਾਬ ਨੇ, ਪੰਜਾਬੀਆਂ ਨੇ ਇੱਕ ਨਿਡਰ ਐਡਵੋਕੇਟ ਦਾ ਨਾਮ ਵੀ ਦਿੱਤਾ ਹੈ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਹੜਾ ਬੰਦਾ ਸੁਮੇਧ ਸਿੰਘ ਸੈਣੀ ਦੇ ਅਗੇਂਸਟ ਇੰਨੀ ਨਿਡਰਤਾ ਦੇ ਨਾਲ ਖਲੋਤਾ ਹੋਵੇ ਤੇ ਇਹ ਵੀ ਕਹਿ ਰਿਹਾ ਹੋਵੇ ਕਿ ਇਸ ਕੇਸ ਨੂੰ ਕਿਸੇ ਨਾ ਕਿਸੇ ਰਿਜ਼ਲਟ ਤੇ ਇਹ ਜ਼ਰੂਰ ਪਹੁੰਚਾਉਣਗੇ ਤੇ ਐਂਡ ਤੱਕ ਲਗੜਨਗੇ, ਇਸ ਤੋਂ ਜ਼ਿਆਦਾ ਇਹਨਾਂ ਦੀ ਨਿਡਰਤਾ ਦਾ ਸਬੂਤ ਕੋਈ ਹੋਰ ਹੋ ਨਹੀਂ ਸਕਦਾ। ਬਹੁਤ ਬਹੁਤ ਸ਼ੁਕਰੀਆ ਐਂਡ ਤੇ ਇੱਕ ਵਾਰ ਫਿਰ ਤੁਹਾਡਾ ਸਾਡੇ ਨਾਲ ਜੁੜਨ ਲਈ। ਪੰਜਾਬ ਤੋਂ ਦੂਰ ਪੰਜਾਬੀਅਤ ਦੇ ਨੇੜੇ ਬ੍ਰਦਰਜ਼ ਹਵੇਲੀ, ਪਿਓਰ ਪੰਜਾਬੀ ਖਾਣਾ, ਪਿਓਰ ਪੰਜਾਬੀ ਸਵਾਦ, ਪਿਓਰ ਪੰਜਾਬੀ ਮਾਹੌਲ। ਭਾਵੇਂ ਵੈਜ ਖਾਓ ਭਾਵੇਂ ਨੌਨ ਵੈਜ, ਸਨੈਕਸ ਤੋਂ ਲੈ ਕੇ ਫੁੱਲ ਮੀਲ, ਸਭ ਕੁਝ ਅੱਜ ਹੀ ਪਹੁੰਚੋ ਬ੍ਰਦਰਜ਼ ਹਵੇਲੀ, 13 to 15 ਪਲਟਨੀ, ਡੈਂਡਨੋਂਗ BIC 3175 ਮੈਲਬਰਨ, ਜਾਂ ਕਾਲ ਕਰੋ 6139792277।